ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਰਾਜੀਵ ਅਰੋੜਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਔਰ ਆਦਾਬ। ਸਰੋਤਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਿਤੀ 11 ਸਤੰਬਰ ਨੂੰ ਇੱਕ ਹੋਰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਜੀ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ, ਔਰ ਹਰ ਜ਼ਿਲ੍ਹਾ ਪੱਧਰ ਤੇ ਇਹਦਾ ਜਿਹੜਾ ਪ੍ਰਬੰਧ ਹੈ ਉਹ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਵੱਖ-ਵੱਖ ਜ਼ਿਲ੍ਹਿਆਂ ਦੇ ਬਾਰੇ ਇਸ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਸੀਗਾ। ਤੋਂ ਅੱਜ ਚੱਲਦੇ ਹਾਂ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਪ੍ਰਬੰਧ ਉੱਥੇ ਕੀਤੇ ਗਏ ਹੈ ਔਰ ਕਿਸ ਤਰ੍ਹਾਂ ਇਸ ਲੋਕ ਅਦਾਲਤ ਦਾ ਯਾਨੀ ਕਿ ਕੌਮੀ ਲੋਕ ਅਦਾਲਤ ਦਾ ਜਿਹੜੀ ਕਿ 11 ਸਤੰਬਰ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ ਉਸ ਬਾਰੇ ਕੀ ਤਿਆਰੀਆਂ ਕੀਤੀਆਂ ਗਈਆਂ ਔਰ ਕਿਸ ਤਰ੍ਹਾਂ ਜਿਹੜੇ ਲੋਕਾਂ ਨੇ ਇਸ ਆਯੋਜਨ ਦਾ ਕੋਈ ਫਾਇਦਾ ਉਠਾਉਣਾ ਹੈ ਉਹ ਕਿਵੇਂ ਇਸ ਦਾ ਫਾਇਦਾ ਉਠਾ ਸਕਦੇ ਹੈ। ਇਹ ਸਾਰੇ ਹੀ ਵਿਸ਼ੇ ਤੇ ਗੱਲ ਕਰਨ ਲਈ ਇਸ ਵੇਲੇ ਸਾਡੇ ਨਾਲ ਜੁੜੇ ਹੈ ਜੀ ਮੈਮ ਏਕਤਾ ਉੱਪਲ, ਜਿਹੜੇ ਕਿ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕਟਰੀ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹੈ। ਸੋ ਮੈਮ ਏਕਤਾ ਉੱਪਲ, ਆਕਾਸ਼ਵਾਣੀ ਦੇ ਪ੍ਰਸਾਰਣ 'ਚ ਆਪ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਥੈਂਕ ਯੂ ਜੀ, ਜੀ ਬਹੁਤ ਬਹੁਤ ਸ਼ੁਕਰੀਆ। ਇੱਕ ਤਾਂ ਮੈਮ ਕਿਉਂਕਿ ਦੇਸ਼ ਭਰ ਦੇ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਔਰ ਮੈਂ ਮਹਿਸੂਸ ਕਰ ਰਿਹਾ ਸੀਗਾ ਕਿ ਪਿਛਲੇ ਦਿਨੀ ਕਰੋਨਾ ਲਾਕਡਾਊਨ ਦੇ ਚੱਲਦਿਆਂ ਜੋ ਜਸਟਿਸ ਡਿਲੀਵਰੀ ਸਿਸਟਮ ਹੈ ਜਾਂ ਜੋ ਨਿਆਂਪਾਲਿਕਾ ਦਾ ਕੰਮਕਾਜ ਹੈ ਉਸ ਤੇ ਵੀ ਅਸਰ ਪਿਆ ਹੈ ਔਰ ਪੈਂਡੈਂਸੀ ਹੈ ਜਿਹੜੀ ਕੇਸਾਂ ਦੀ ਉਹ ਹੋਰ ਵਧੀ ਹੈ ਔਰ ਐਸੇ ਮਾਹੌਲ ਦੇ ਵਿੱਚ ਮੈਂ ਸਮਝਦਾ ਕਿ ਲੋਕ ਅਦਾਲਤਾਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਤੋਂ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪ ਜੀ ਵੱਲੋਂ ਕੀ ਕੋਸ਼ਿਸ਼ਾਂ ਕੀ ਉਪਰਾਲੇ ਕੀਤੇ ਗਏ? ਸਭ ਤੋਂ ਪਹਿਲਾਂ ਜੀ ਤੁਹਾਡੇ ਮਾਧਿਅਮ ਦੇ ਥਰੂ ਮੈਂ ਆਮ ਸਰੋਤਿਆਂ ਨੂੰ ਔਰ ਸਾਰੇ ਜੋ ਵੀ ਇਸ ਔਨ ਏਅਰ ਕਨਵਰਸੇਸ਼ਨ ਨੂੰ ਸੁਣ ਰਹੇ ਆ ਉਹਨਾਂ ਨੂੰ ਬਹੁਤ ਰਿਕਵੈਸਟ ਕਰਦੀ ਹਾਂ ਜੀ। ਮੈਂ ਇਹ ਦੱਸਣਾ ਚਾਹਾਂਗੀ ਕਿ ਇਹ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਿਊ ਦਿੱਲੀ, ਪੰਜਾਬ ਲੀਗਲ ਸਰਵਿਸ ਅਥਾਰਟੀ ਮੋਹਾਲੀ ਜੀ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ ਅਤੇ ਆਨਰੇਬਲ ਜਸਟਿਸ ਸ਼੍ਰੀ ਅਜੇ ਤਿਵਾੜੀ ਜੋ ਕਿ ਐਗਜ਼ੀਕਟਿਵ ਚੇਅਰਮੈਨ ਨੇ ਸੰਸਥਾ ਦੇ, ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮਾਨਯੋਗ ਸੈਸ਼ਨ ਸਚਿਵ ਜੋ ਚੇਅਰਮੈਨ ਨੇ डिस्ट्रिक्ट लीगल सर्विस अथॉरिटी फिरोजपुर के श्री किशोर कुमार जी, उन्होंने गाइडेंस के अंडर पूरे नेशन वाइड के ऊपर जो एक नैशनल लोक अदालत का आयोजन किया जा रहा है 11 सितंबर 2021 ਨੂੰ पूरे फिरोजपुर जिले ਦੇ ਵਿੱਚ ਅਤੇ ਇਸ ਦੀਆਂ ਦੋਨੋਂ ਸਬ ਡਿਵੀਜ਼ਨ ਗੁਰੂ ਹਰਸਾਏ ਐਂਡ ਜ਼ਿਲ੍ਹਾ ਦੇ ਵਿੱਚ ਇਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਤੁਸੀਂ ਹੁਣੇ ਦੱਸਿਆ ਕਿ ਦਾ ਕੁਐਸਚਨ ਹੈ ਕਿ ਜੋ ਕੋਵਿਡ ਦੇ ਦੌਰਾਨ ਰਿਸਟ੍ਰਿਕਟਿਵ ਕੋਰਟ ਵਰਕਿੰਗ ਰਹੀ ਹੈ ਉਹਦੇ ਨਾਲ ਪੈਂਡੈਂਸੀ ਇਨਕਰੀਜ਼ ਹੋਈ ਹੈ। ਯੈਸ, ਡੈਫੀਨੇਟਲੀ ਕੁਝ ਰਿਸਟ੍ਰਿਕਟਿਵ ਫੰਕਸ਼ਨਿੰਗ ਦੇ ਗਾਈਡਲਾਈਨਸ ਦੇ ਅਕੋਰਡਿੰਗਲੀ ਕੋਰਟ ਦੀ ਫੰਕਸ਼ਨਿੰਗ ਰਹੀ ਹੈ ਔਰ ਉਹਦੇ ਨਾਲ ਪੈਂਡੈਂਸੀ ਥੋੜੀ ਇਨਕਰੀਜ਼ ਵੀ ਹੋਈ ਹੈ। तो ਇਸੇ ਕਰਕੇ ਮੈਂ ਤੁਹਾਡੇ ਥਰੂ ਲੋਕਾਂ ਨੂੰ ਭਰਪੂਰ ਇਹ ਅਪੀਲ ਕਰਦੀ ਹਾਂ ਕਿ ਇਸ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ ताकि अदालतां दे विच तुहाडे च लंबित मामले ने जो नैशनल लोक अदालत की कैटेगरी विच फॉलो अपॉन करते हैं उन्हां नूं टेक अप कराओ ताकि उन्हां नूं असीं आप समझौते के थ्रू ਅਸੀਂ ਹਾਰਮੋਨੀਅਸ ਸਟੇਜ ਦੇ ਉੱਪਰ ਐਂਡ ਔਨ ਕਰੀਏ ਤੇ ਇੱਕ ਦੋਨਾਂ ਪਾਰਟੀਆਂ ਨੂੰ ਅਸੀਂ ਇੱਕ ਵਿਨ-ਵਿਨ ਸਿਚੁਏਸ਼ਨ ਤੇ ਲਿਆ ਕੇ ਉਹਨਾਂ ਦਾ ਆਪਸੀ ਸਮਝੌਤੇ ਦੇ ਤਹਿਤ ਅਸੀਂ ਫੈਸਲਾ ਕਰਾਈਏ ਤਾਂ ਕਿ ਉਹਨਾਂ ਦਾ ਕੀਮਤੀ ਬਚ ਸਕੇ। ਜੋ ਵੀ ਪੁਰਾਣੇ ਵੱਡੇ ਮੁਕੱਦਮੇ ਨੇ ਉਹਨਾਂ ਦਾ ਵੀ ਇੱਕ ਅਸੀਂ ਹਾਰਮੋਨੀਅਸ ਸਟੇਜ ਦੇ ਉੱਪਰ ਐਂਡ ਔਨ ਕਰ ਸਕੀਏ। ਜੀ, ਇੱਕ ਤਾਂ ਮੈਮ ਬੇਨਤੀ ਇਹ ਸੀਗੀ ਕਿ ਇਹ ਤਾਂ ਲੋਕਾਂ ਨੂੰ ਸਮਝ ਆ ਰਿਹਾ ਹੈ ਕਿ ਜਿਹੜੇ ਚੱਲ ਰਹੇ ਕੇਸ ਹੈ ਜੇਕਰ ਦੋਵੇਂ ਪਾਰਟੀਆਂ 'ਚ ਸਹਿਮਤੀ ਬਣਦੀ ਹੈ ਜਾਂ ਸਹਿਮਤੀ ਦੀ ਗੁੰਜਾਇਸ਼ ਬਣਦੀ ਹੈ ਤਾਂ ਉਹ ਤੁਹਾਡੀ ਟੀਮ ਦੇ ਸਹਿਯੋਗ ਨਾਲ ਆਪਣੇ ਮਸਲੇ ਨੂੰ ਨਿਬੇੜ ਸਕਦੇ ਹੈ। ਇੱਥੇ ਇਹ ਸਥਿਤੀ ਬਣੇ ਕਿ ਜਿੱਥੇ ਕੇਸ ਕੋਈ ਅਜੇ ਦਾਇਰ ਕਰਨਾ ਹੈ, ਕੋਈ ਡਿਸਪਿਊਟ ਹੈ ਜਿਹੜਾ ਜਾਂ ਕਾਜ਼ ਆਫ ਐਕਸ਼ਨ ਹੈ ਜਿਹੜਾ ਉਹ ਰਾਈਜ਼ ਹੋ ਗਿਆ ਹੋਇਆ ਹੈ ਤਾਂ ਕਿ ਇਸ ਸਥਿਤੀ ਦੇ ਵਿੱਚ ਵੀ ਜੋ ਜੁਡੀਸ਼ਰੀ ਹੈ ਜਾਂ ਨਿਆਂਪਾਲਿਕਾ ਹੈ ਇਹ ਲੋਕ ਅਦਾਲਤ ਰਾਹੀਂ ਦੋਵਾਂ ਪਾਰਟੀਆਂ ਨੂੰ ਬਿਠਾ ਕੇ ਉਹਨਾਂ ਦਾ ਰਾਜੀਨਾਮਾ ਕਰਵਾਉਗੀ? ਜੀ, ਅਸੀਂ ਤੁਹਾਨੂੰ ਇਹ ਦੱਸਣਾ ਚਾਹਾਂਗੇ ਔਰ ਸਾਰੇ ਲੋਕਾਂ ਨੂੰ ਵੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਗਾਈਡਲਾਈਨਸ ਦੇ ਅਕੋਰਡਿੰਗਲੀ ਸਾਡੇ ਕੋਲ ਦੋ ਤਰ੍ਹਾਂ ਦੇ ਮੈਟਰਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਇੰਸਟੀਟਿਊਸ਼ਨ ਮੀਡੀਏਸ਼ਨ ਕਰਵਾਉਂਦੇ ਹਾਂ ਔਰ ਜਿਨ੍ਹਾਂ ਦੇ ਅੰਦਰ ਅਸੀਂ ਪ੍ਰੀ ਇੰਸਟੀਟਿਊਸ਼ਨ ਫਾਈਲਿੰਗ ਦੀ ਨੈਸ਼ਨਲ ਲੋਕ ਅਦਾਲਤ ਵੀ ਹੋ ਸਕਦੀ ਹੈ, ਜਿਵੇਂ ਕਿ ਮੈਟਰੀਅਲ ਕੇਸਿਸ ਨੇ ਅਤੇ ਮਨੀ ਰਿਕਵਰੀ ਦੇ ਜਿਹੜੇ ਕੇਸਿਸ ਨੇ। ਜੇ ਤੁਹਾਡੇ ਕਿਸੇ ਦੇ ਅਗੇਂਸਟ ਮਨੀ ਰਿਕਵਰੀ ਦਾ ਕੇਸ ਕੋਈ ਬਣਦਾ ਹੈ, ਤੁਹਾਨੂੰ ਕਾਜ਼ ਆਫ ਐਕਸ਼ਨ ਅਰਾਈਜ਼ ਹੋ ਗਿਆ ਲੇਕਿਨ ਅਜੇ ਤੱਕ ਤੁਸੀਂ ਕੇਸ ਨਹੀਂ ਪਾਇਆ ਹੈ ਤਾਂ ਤੁਸੀਂ ਉਹਨੂੰ ਬਿਫੋਰ ਫਾਈਲਿੰਗ ਆਫ ਦੀ ਕੇਸ ਈਵਨ ਤੁਸੀਂ ਸਾਡੇ ਆਫਿਸ ਦੇ ਵਿੱਚ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀਜ਼ ਦੇ ਆਫਿਸ ਦੇ ਵਿੱਚ ਉਹਦੀ ਐਪਲੀਕੇਸ਼ਨ ਲਗਾ ਕੇ ਡਿਟੇਲਸ ਵੀ ਉਹਦੀ ਫਾਈਲ ਸਕਦੇ ਹੋ ਤਾਂ ਉਹ ਮੈਟਰ ਤੁਹਾਡਾ ਲੋਕ ਅਦਾਲਤ ਦੇ ਇੱਕ ਬੈਂਚ ਨੂੰ ਫਾਰਵਰਡ ਹੋ ਜਾਏਗਾ ਔਰ ਜਿਸ ਤਰ੍ਹਾਂ ਕਿ ਲੋਕ ਅਦਾਲਤ ਦੇ ਬਾਕੀ ਕੇਸਿਸ ਤੇ ਕਰਕੇ ਇਹ ਵੀ ਤੁਹਾਡਾ ਪ੍ਰੀ ਇੰਸਟੀਟਿਊਸ਼ਨ ਮੈਟਰ ਉੱਥੇ ਟੇਕ ਅਪ ਹੋਏਗਾ। ਸੋ ਤੁਸੀਂ ਬਿਨਾਂ ਕੋਰਟ ਦੇ ਵਿੱਚ ਫਸੇ ਹੋਏ ਆਪਣੇ ਮਨੀ ਰਿਕਵਰੀ ਮੈਟਰ ਨੂੰ ਜਿਹੜੇ ਇਸ ਕੈਟਾਗਰੀ ਦੇ ਵਿੱਚ ਫਾਲੋ ਅਪਨ ਕਰਦੇ ਹੋਣਗੇ ਉਹ
ਨੈਸ਼ਨਲ ਲੋਕ ਅਦਾਲਤ ਵਿੱਚ ਟੇਕ ਅਪ ਹੋ ਸਕਦੇ ਨੇ। ਅੱਛਾ, ਇੱਕ ਜ਼ਿਆਦਾ ਜਿਹੜੇ ਕੇਸ, ਜੇਕਰ ਮੈਂ ਬਠਿੰਡਾ ਜ਼ਿਲ੍ਹੇ ਦੀ ਗੱਲ ਕਰਾਂ ਜਾਂ ਨਾਲ ਲੱਗਦੇ ਜ਼ਿਲ੍ਹਿਆਂ ਦੀ ਗੱਲ ਕਰਾਂ, ਤਾਂ ਜਿਹੜੇ ਘਰੇਲੂ ਝਗੜੇ ਹੈ, ਖਾਸ ਕਰਕੇ ਪਤੀ ਪਤਨੀ ਦੇ ਜਿਹੜੇ ਝਗੜੇ ਹੈ ਜੀ, ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਸਬਸਟੈਂਸ ਉਹਨਾਂ ਦੇ ਇਸ਼ੂ ਨਹੀਂ ਹੁੰਦੇ, ਸਬਸਟੈਂਟਿਵ ਇਸ਼ੂ ਨਹੀਂ ਹੁੰਦੇ, ਬਸ ਐਵੇਂ ਇੱਕ ਈਗੋ ਪ੍ਰੋਬਲਮ ਜੀ ਹੁੰਦੀ ਹੈ ਕਈ ਵਾਰੀ, ਜਿਹੜੀ ਕਿ ਜੇਕਰ ਪ੍ਰੋਪਰਲੀ ਹੈਂਡਲ ਕਰ ਲਈ ਜਾਵੇ ਤਾਂ ਉਸ ਝਗੜੇ ਨੂੰ ਨਿਪਟਾਇਆ ਜਾ ਸਕਦਾ ਹੁੰਦਾ। ਕੀ ਉੱਥੇ ਕੋਈ ਮਨੋਵਿਗਿਆਨੀ ਵੀ ਲਾਇਆ ਜਾਂਦਾ ਇਸ ਮੌਕੇ ਤੇ, ਜਿਹੜਾ ਕਿ ਦੋਵਾਂ ਧਿਰਾਂ ਨੂੰ ਸੁਣ ਕੇ ਉਹਨਾਂ ਦੇ ਮਸਲੇ ਨੂੰ ਸਮਝ ਕੇ ਤੇ ਉਹਨਾਂ ਨੂੰ ਨਿਪਟਾ ਸਕੇ ਕਿ ਉਹ ਘਰ ਹੈ ਜਿਹੜਾ ਬਚ ਸਕੇ? ਜੀ, ਲੋਕ ਅਦਾਲਤ ਦਾ ਜਿਹੜਾ ਬੈਂਚ ਹੈ ਜੀ, ਉਹ ਪ੍ਰੀਜ਼ਾਈਡ ਓਵਰ ਇੱਕ ਮਾਨਯੋਗ ਜੱਜ ਸਾਹਿਬ ਵੱਲੋਂ ਕੀਤਾ ਜਾਂਦਾ ਹੈ ਔਰ ਉਹਨਾਂ ਦੇ ਨਾਲ ਜਿਹੜੇ ਕੋ-ਅਫੀਸ਼ੀਅਲ ਹੁੰਦੇ ਨੇ, ਐਡਵੋਕੇਟ ਹੁੰਦੇ ਨੇ ਔਰ ਇੱਕ ਸੋਸ਼ਲ ਵਰਕਰ ਲਗਾਇਆ ਜਾਂਦਾ ਹੈ। ਫੀਲਡ ਦੇ ਵਿੱਚ ਕੋਈ ਪ੍ਰੋਮੀਨੈਂਟ ਪਰਸਨ ਹੁੰਦਾ ਹੈ। ਤਾਂ ਇਹਦਾ ਬੈਨੀਫਿਟ ਇਹ ਹੁੰਦਾ ਹੈ ਕਿ ਸਾਨੂੰ ਇੱਕ ਡਿਫਰੈਂਟ ਫੀਲਡ ਦਾ ਜਿਹੜਾ ਪਰਸਨ ਹੈ ਉਹ ਵੀ ਨਾਲ ਐਸੋਸੀਏਟਡ ਹੁੰਦਾ ਹੈ ਐਂਡ ਮਾਨਯੋਗ ਜਿਹੜੇ ਜੱਜ ਸਾਹਿਬਾਨ ਵੀ ਹੁੰਦੇ ਨੇ ਐਂਡ ਜਿਹੜੇ ਐਡਵੋਕੇਟ ਸਾਹਿਬਾਨ ਵੀ ਹੁੰਦੇ ਨੇ, ਉਹਨਾਂ ਦਾ ਵੀ ਹਰ ਫੀਲਡ ਦੇ ਵਿੱਚ ਵਰਸਟੈਲਿਟੀ ਹੁੰਦੀ ਹੈ। ਸੋ ਸਪੈਸ਼ਲੀ ਜਿਹੜੇ ਮੈਟਰੀਮੋਨੀਅਲ ਕੇਸਿਸ ਹੈ, ਉਹਨਾਂ ਨੂੰ ਇੱਕ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਪਰ ਵੀ ਟੇਕ ਅਪ ਕੀਤਾ ਜਾਂਦਾ ਹੈਗਾ, ਉਹਨਾਂ ਨੂੰ ਥੋੜਾ ਐਕਸਟਰਾ ਟਾਈਮ ਵੀ ਡਿਵੋਟ ਕੀਤਾ ਜਾਂਦਾ ਹੈਗਾ ਔਰ ਸਪੈਸ਼ਲੀ ਲੋਕ ਅਦਾਲਤ ਦੇ ਵਿੱਚ ਉਹਨਾਂ ਦੇ ਜਿਹੜੇ ਮਸਲੇ ਹੈ ਉਹ ਸੈਂਸਿਟਿਵਿਟੀ ਦੇ ਉੱਪਰ ਟੇਕ ਅਪ ਕੀਤੇ ਜਾਂਦੇ ਨੇ ਤਾਂ ਕਿ ਉਹਨਾਂ ਦੀ ਜੋ ਇੱਕ ਬੇਸਿਕ ਕਾਜ਼ ਆਫ ਐਕਸ਼ਨ ਹੈ, ਜੋ ਉਹਨਾਂ ਦੀ ਇੱਕ ਡਿਸਪਿਊਟ ਹੈ, ਉਹਨੂੰ ਰੈਕਗਨਾਈਜ਼ ਕੀਤਾ ਜਾਵੇ ਅਤੇ ਜੇ ਪਾਰਟੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੈਟਰ ਹੈ ਜਿਹੜੀ ਉਹਨਾਂ ਦੇ ਈਗੋ ਦੇ ਨਾਲ ਰਿਲੇਟਡ ਹੈ ਜਾਂ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਹੈ ਜਾਂ ਕੋਈ ਮਾਈਨਰ ਚੀਜ਼ ਹੈ ਜਿਹੜੀ ਉਹਨਾਂ ਨੇ ਬਹੁਤ ਜ਼ਿਆਦਾ ਐਗਰੀਵੇਟ ਕਰ ਦਿੱਤੀ ਹੈ ਔਰ ਕੋਈ ਇਸ਼ੂ ਬਣ ਗਿਆ, ਤਾਂ ਉਹਨਾਂ ਨੂੰ ਇੱਕ ਡਿਸਪਿਊਟ ਨੂੰ ਰਿਜ਼ੋਲਵ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕ ਅਦਾਲਤ ਦੇ ਥਰੂ। ਜੀ, ਸੋ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਜ਼ਿਲ੍ਹਾ ਪੱਧਰ ਤੇ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਮਸਲੇ ਜ਼ਿਆਦਾ ਆਉਂਦੇ ਹੈ, ਕਿਉਂਕਿ ਕਰੋਨਾ ਦੇ ਚੱਲਦਿਆਂ ਕਾਰੋਬਾਰ ਠੱਪ ਹੋਏ, ਲੋਕਾਂ ਦੀਆਂ ਨੌਕਰੀਆਂ ਵੀ ਗਈਆਂ, ਲੋਕੀ ਚੈੱਕ ਰਾਹੀਂ ਪੇਮੈਂਟ ਕਰਦੇ ਆ, ਚੈੱਕ ਇਸ਼ੂ ਕਰਦੇ ਆ ਔਰ ਬਾਅਦ ਦੇ ਵਿੱਚ ਚੈੱਕ ਹੈ ਜਿਹੜਾ ਉਹ ਬਾਉਂਸ ਹੋ ਜਾਂਦਾ ਹੈ। ਤਾਂ ਇਦਾਂ ਦੇ ਵੀ ਬਹੁਤ ਸਾਰੇ ਕੇਸ ਹੈ ਜਿਹੜੇ ਆਉਂਦੇ ਆ ਤੇ ਇਦਾਂ ਦੇ ਕੇਸਾਂ ਨਾਲ ਨਜਿੱਠਣ ਲਈ ਕੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਜੀ ਲੋਕ ਅਦਾਲਤ? ਜੀ, ਅਸੀਂ ਤੁਹਾਡੀ ਜਾਣਕਾਰੀ ਲਈ ਇਹ ਦੱਸਣਾ ਚਾਹਾਂਗੇ ਕਿ ਇਸ ਵਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੋ 138 ਦੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਕੇਸਿਸ ਹੈ, ਚੈੱਕ ਬਾਉਂਸਿੰਗ ਦੇ ਜਿਹੜੇ ਕੇਸਿਸ ਹੈ, ਉਹਨਾਂ ਦੇ ਲਈ ਇੱਕ ਸਾਡੇ ਇੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਜੱਜ ਸਾਹਿਬ ਹੈਗੇ ਨੇ ਜਿਹੜੇ ਸਿਰਫ ਐਕਸਕਲੂਸਿਵਲੀ 138 ਦੇ ਆਫੈਂਸਿਸ ਨਾਲ ਹੀ ਡੀਲ ਅਪ ਕਰਦੇ ਨੇ ਔਰ ਉਹਨਾਂ ਦਾ ਇੱਕ ਬੈਂਚ ਬਣਾਇਆ ਜਾਏਗਾ। ਉਹ 138 ਦੇ ਜਿਹੜੇ ਕੇਸਿਸ ਨੇ ਉਹ ਡੀਲ ਅਪ ਕਰਨਗੇ। ਉਹਦੇ ਵਿੱਚ ਅਸੀਂ ਪ੍ਰੀ ਨੈਸ਼ਨਲ ਲੋਕ ਅਦਾਲਤ ਵੀ ਲਗਾ ਰਹੇ ਹਾਂ। ਉਹਦਾ ਪਰਪਸ ਇਹ ਹੈ ਕਿ ਜੇ ਕੋਈ ਡੇਟ ਤੁਹਾਡੀ ਨੈਸ਼ਨਲ ਲੋਕ ਅਦਾਲਤ ਤੋਂ ਬਾਅਦ ਦੀ ਵੀ ਹੈ ਤਾਂ ਅਸੀਂ ਮੈਟਰਸ ਨੂੰ ਪ੍ਰੀਪੋਨ ਕੀਤਾ ਹੈ, ਪਾਰਟੀਆਂ ਨੂੰ ਨੋਟਿਸ ਕੀਤਾ ਹੈ ਕਿ ਤੁਸੀਂ ਨੈਸ਼ਨਲ ਲੋਕ ਅਦਾਲਤ ਤੋਂ ਪਹਿਲਾਂ ਵੀ ਆ ਕੇ ਕੋਰਟ ਦੇ ਵਿੱਚ ਆਓ ਤਾਂ ਕਿ ਅਸੀਂ ਤੁਹਾਨੂੰ ਦੋਨੋਂ ਪਾਰਟੀਆਂ ਨੂੰ ਸੁਣ ਸਕੀਏ ਕਿ ਜੋ ਤੁਹਾਡੀ ਇੱਕ ਚੈੱਕ ਦਾ ਜੋ ਤੁਹਾਡਾ ਡਿਸਪਿਊਟ ਚੱਲ ਰਿਹਾ ਹੈ, ਜੇ ਦੋਨੋਂ ਪਾਰਟੀਆਂ ਵਿਲਿੰਗ ਹੈਗੀਆਂ ਨੇ ਤੇ ਉਹਨਾਂ ਨੂੰ ਇੱਕ ਕੰਪਰੋਮਾਈਜ਼ਿੰਗ ਸਟੇਜ ਦੇ ਉੱਪਰ ਲਿਆ ਕੇ ਉਹਨਾਂ ਦੀਆਂ ਸਟੇਟਮੈਂਟਸ ਰਿਕਾਰਡ ਕਰੀਏ। ਜੇ ਕਿਸੇ ਪਾਰਟੀ ਨੇ ਪਾਰਸ਼ੀਅਲ ਪੇਮੈਂਟ ਕਰਨੀ ਹੈ, ਇੰਸਟਾਲਮੈਂਟਸ ਕਰਾਉਣੀ ਹੈ, ਤਾਂ ਜੱਜ ਸਾਹਿਬ ਦੋਨੋਂ ਪਾਰਟੀਆਂ ਨੂੰ ਸੁਣ ਕੇ ਉਹਨਾਂ ਦੀ ਆਪਸੀ ਸਹਿਮਤੀ ਦੇ ਅਨੁਸਾਰ ਉਹਨਾਂ ਨੂੰ ਇੱਕ ਫੈਸਲੇ ਵਾਲੀ ਸਟੇਜ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਨੇ ਔਰ ਕਾਫੀ ਕੇਸਿਸ ਦੇ ਵਿੱਚ ਇਹਦੇ ਫੈਸਲੇ ਹੋ ਗਏ ਨੇ ਔਰ ਕੁਝ ਕੇਸਿਸ ਦੇ ਲਈ ਫਰਦਰ ਸਿਟਿੰਗਸ ਦੇ ਲਈ ਇਹਨਾਂ ਨੂੰ 11/9 ਦੇ ਲਈ ਫਿਕਸ ਅਪਨ ਵੀ ਕੀਤਾ ਜਾ ਰਿਹਾ ਹੈ। ਸੋ 138 ਦੇ ਕੇਸਿਸ ਲਈ ਸਾਡੀ ਸਪੈਸ਼ਲ ਐਮਫੈਸਿਸ ਚੱਲ ਰਹੀ ਹੈ ਜੀ। ਐਂਡ ਦੂਸਰੀ ਜਿੱਥੇ ਨਾਰਮਲ ਰਿਕਵਰੀ ਮੈਟਰਸ ਹੈ, ਉਹਦੇ ਵਿੱਚ ਕੁਝ ਬੈਂਕਸ ਨੇ ਜਿਹੜੀਆਂ ਆਰਬੀਆਈ ਦੀ ਗਾਈਡਲਾਈਨਸ ਦੇ ਅਕੋਰਡਿੰਗਲੀ OTS ਸਕੀਮਸ ਵੀ ਜਾਰੀ ਕੀਤੀਆਂ ਨੇ। ਇਹ ਵਨ ਟਾਈਮ ਸੈਟਲਮੈਂਟ ਸਕੀਮਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਪ੍ਰੀ ਲਿਟੀਗੇਟਿਵ ਮੈਟਰ ਜਾਂ ਜਿਹੜੇ ਆਨਗੋਇੰਗ ਰਿਕਵਰੀ ਮੈਟਰਸ ਨੇ ਬੈਂਕਸ ਦੇ ਨਾਲ ਜੋ ਡਿਫਾਲਟਰਸ ਹੈਗੇ ਨੇ ਉਹਨਾਂ ਨੂੰ ਇੱਕ ਸਕੀਮ ਪ੍ਰੋਵਾਈਡ ਕੀਤੀ ਜਾਂਦੀ ਹੈ, ਫੈਸਿਲਿਟੇਟਿੰਗ ਸਕੀਮ, ਜਿਹਦੇ ਵਿੱਚ ਉਹਨਾਂ ਨੂੰ ਕੁਝ ਕੰਡੀਸ਼ਨਸ ਦਿੱਤੇ ਜਾਂਦੇ ਨੇ ਬੈਂਕਸ ਦੀਆਂ ਗਾਈਡਲਾਈਨਸ ਦੇ ਅਕੋਰਡਿੰਗ। ਕੁਝ ਬੈਂਕਾਂ ਨੂੰ ਇੰਟਰਸਟ ਵੇਵਰ ਪ੍ਰੋਵਾਈਡ ਕਰ ਰਹੇ ਨੇ, ਕੁਝ ਬੈਂਕ ਜਿਹੜੇ ਉਹਨਾਂ ਨੂੰ ਪ੍ਰਿੰਸੀਪਲ ਅਮਾਉਂਟ ਦੇ ਵਿੱਚ ਵੀ ਵੇਵਰ ਪ੍ਰੋਵਾਈਡ ਕਰ ਰਹੇ ਨੇ ਐਸ ਪਰ ਦੀ ਬੈਂਕਸ ਐਂਡ ਦੇ ਕੋਰਸਪੋਂਡਿੰਗ ਨੋਰਮਸ। ਸੋ ਇਸ ਤਰ੍ਹਾਂ ਦੇ ਮਨੀ ਮੈਟਰਸ ਨੂੰ ਲੈ ਕੇ ਇੱਕ ਰਿਕਵਰੀ ਦੀ ਜਾਂ ਟੈਕਨੋਲੋਜੀ ਹੈ ਉਹਨੂੰ ਅਸੀਂ ਲੋਕ ਅਦਾਲਤ ਦੇ ਥਰੂ ਐਂਡ ਅਪਨ ਕਰਵਾ ਸਕੀਏ, ਕਿਉਂਕਿ ਲੋਕ ਅਦਾਲਤ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੁੰਦਾ ਹੈ ਕਿ ਇਹਦੇ ਫੈਸਲੇ ਦੇ ਅਗੇਂਸਟ ਕੋਈ ਅਪੀਲ ਨਹੀਂ ਹੁੰਦੀ ਹੈ। ਸਭ ਤੋਂ ਵੱਡਾ ਬੈਨੀਫਿਟ ਇਹਦਾ ਇਹ ਹੈ, ਔਨ ਦਾ ਸਪੌਟ ਹੀ ਫੈਸਲਾ ਹੋ ਜਾਂਦਾ ਹੈ ਔਰ ਇਹਦੇ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇੱਥੇ ਲੋਕਾਂ ਨੂੰ ਬਹੁਤ ਹੀ ਛੇਤੀ ਅਤੇ ਸਸਤਾ ਨਿਆਂ ਮਿਲਦਾ ਹੈ, ਇਸ ਦਾ ਫੈਸਲਾ ਅੰਤਿਮ ਹੁੰਦਾ ਹੈ, ਲੋਕਾਂ ਦਾ ਕੀਮਤੀ ਸਮਾਂ ਬਚਦਾ ਹੈ ਔਰ ਇੱਥੇ ਦੋਨੋਂ ਪਾਰਟੀਆਂ ਦੇ ਵਿੱਚ ਇੱਕ ਬੜੀ ਸਾਈਕੋਲੋਜੀਕਲ ਸੈਟੀਸਫੈਕਸ਼ਨ ਹੁੰਦੀ ਹੈ ਕਿਉਂਕਿ ਦੋਨੋਂ ਪਾਰਟੀ ਆਪਸੀ ਸਹਿਮਤੀ ਅਤੇ ਰਜ਼ਾਮੰਦੀ ਦੇ ਨਾਲ ਫੈਸਲੇ ਤੇ ਆਉਂਦੇ ਨੇ। ਐਂਡ ਇਹਦੇ ਵਿੱਚ ਜੋ ਵੀ ਤੁਹਾਡੀ ਕੋਰਟ ਫੀਸ ਲੱਗੀ ਹੁੰਦੀ ਹੈ ਉਹ ਵੀ ਤੁਹਾਨੂੰ ਵਾਪਿਸ ਮਿਲ ਜਾਂਦੀ ਹੈ। ਸੋ ਇੱਕ ਮੋਨਿਟਰੀ ਬੈਨੀਫਿਟ ਵੀ ਲੋਕਾਂ ਨੂੰ ਹੁੰਦਾ ਹੈ। ਰਿਕਵਰੀ ਕੇਸਿਸ ਦੇ ਵਿੱਚ ਅਸੀਂ ਇਹ ਦੱਸਣਾ ਚਾਹਾਂਗੇ ਕਿ ਪਾਰਟੀਆਂ ਨੂੰ ਸਪੈਸ਼ਲ ਕੰਸੈਸ਼ਨਸ ਵੀ ਦਿੱਤੀ ਜਾਂਦੀ ਹੈ ਜੇ ਦੋਨੋਂ ਪਾਰਟੀਆਂ ਵਿਲਿੰਗ ਹੋਣ ਔਰ ਉਹਨਾਂ ਦੀ ਇੰਸਟਾਲਮੈਂਟਸ ਦੇ ਵਿੱਚ ਵੀ ਪੇਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹ ਸਾਰੇ ਬੈਨੀਫਿਟ
ਬੈਨੀਫਿਟਸ ਨੇ ਜਿਹੜੇ ਤੁਹਾਨੂੰ ਸਿਰਫ ਲੋਕ ਅਦਾਲਤ ਦੇ ਤੋਂ ਹੀ ਮਿਲ ਸਕਦੇ ਆ। ਸੋ ਅਸੀਂ ਲੋਕਾਂ ਨੂੰ ਵੱਧ ਚੜ ਕੇ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਦੀ ਰਿਕੁਐਸਟ ਕਰਦੇ ਹਾਂ। ਤੁਹਾਡੇ ਆਨਗੋਇੰਗ ਜਿਹੜੇ ਕੇਸਿਸ ਨੇ ਜਾਂ ਜਿਹੜੇ ਕੈਟਾਗਰੀਜ਼ ਦੇ ਕੇਸਿਸ ਨੇ ਜਿਹੜੇ ਪ੍ਰੀ ਇੰਸਟੀਟਿਊਸ਼ਨ 'ਚ ਵੀ ਟੇਕ ਅਪ ਹੋ ਸਕਦੇ ਨੇ, ਅਸੀਂ ਤੁਹਾਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਉਹਨੂੰ ਕੇਸਿਸ ਨੂੰ ਲੋਕ ਅਦਾਲਤ ਦੇ ਵਿੱਚ ਟੇਕ ਅਪ ਕਰਵਾ ਕੇ ਵੱਧ ਤੋਂ ਵੱਧ ਆਪਸੀ ਰਜ਼ਾਮੰਦੀ ਦੇ ਨਾਲ ਅਰੇ ਇੱਕ ਹਾਰਮੋਨੀਅਸ ਸਟੇਜ ਦੇ ਉੱਪਰ ਆ ਕੇ ਆਪਣਾ ਫੈਸਲਾ ਕਰਵਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਔਨ ਦਾ ਸਪੌਟ ਨਿਆਂ ਮਿਲ ਸਕੇ। ਅਤੇ ਇਸ ਨੈਸ਼ਨਲ ਲੋਕ ਅਦਾਲਤ ਨੂੰ ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਔਰ ਇਸ ਦੇ ਦੋਨੋਂ ਸਬ ਡਿਵੀਜ਼ਨ ਗੁਰੂ ਸਾਹਿਬ ਸਹਾਈ ਐਂਡ ਜ਼ੀਰਾ ਦੇ ਵਿੱਚ ਲਗਾਈ ਜਾ ਰਹੀ ਹੈ 11 ਸਤੰਬਰ ਨੂੰ, ਇਹਨੂੰ ਅਸੀਂ ਮੈਕਸਿਮਮ ਸਕਸੈਸਫੁਲ ਬਣਾ ਸਕੀਏ। ਜੀ ਬਿਲਕੁਲ, ਮੈਨੂੰ ਉਹ ਕਿਸੇ ਦਾ ਕਥਨ ਚੇਤੇ ਆ ਰਿਹਾ ਸੀਗਾ ਕਿ ਆਈ ਵੰਡਰ ਹਾਊ ਪੀਪਲ ਫਾਈਂਡ ਟਾਈਮ ਟੂ ਹੇਟ ਵੈਨ ਲਾਈਫ ਇਜ਼ ਟੂ ਸ਼ਾਰਟ ਟੂ ਲਵ, ਕਿਉਂਕਿ ਕੇਸ ਹੈ ਜਿਹੜੇ ਸਾਲੋਂ ਸਾਲ ਚੱਲਦੇ ਆ, ਫਿਰ ਅਪੀਲਾਂ ਹੁੰਦੀਆਂ ਔਰ ਇਸ ਸਮੇਂ ਦੇ ਵਿੱਚ ਦੋਵੇਂ ਪਾਰਟੀਆਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਨਫ਼ਰਤ ਜਾਂ ਕਈ ਵਾਰੀ ਲੜਾਈ ਵਾਲੀ ਸਥਿਤੀ ਬਣਦੀ ਹੈ। ਪਰ ਜੇ ਅਸੀਂ ਲੋਕ ਅਦਾਲਤ ਦੇ ਵਿੱਚ ਬੈਠ ਕੇ ਆਪਣਾ ਝਗੜਾ ਨਿਬੇੜਾਂਗੇ ਤਾਂ ਦੋਵੇਂ ਪਾਰਟੀਆਂ ਹੀ ਜੇਤੂ ਹੋਣਗੀਆਂ, ਕੋਈ ਕੇਸ ਜਿੱਤੂਗਾ ਨਹੀਂ, ਕੋਈ ਹਾਰੂਗਾ ਨਹੀਂ। ਸੋ ਇਸ ਉਮੀਦ ਦੇ ਨਾਲ ਅਸੀਂ ਆਪ ਜੀ ਨੂੰ ਔਰ ਮਾਨਯੋਗ ਸੈਸ਼ਨ ਜੱਜ ਸਾਹਿਬ ਜਿਹੜੇ ਕਿ ਚੇਅਰਮੈਨ ਵੀ ਨੇ DLSA ਦੇ, ਤੁਹਾਡੀ ਸਾਰੀ ਟੀਮ ਨੂੰ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਕੇਸ ਹੈ ਉਹ ਲੋਕ ਅਦਾਲਤ ਦੇ ਰਾਹੀਂ ਉਹਨਾਂ ਦਾ ਨਿਬੇੜਾ ਹੋਊਗਾ। ਸੋ ਬਹੁਤ ਬਹੁਤ ਸ਼ੁਕਰੀਆ ਮੈਮ ਏਕਤਾ ਉੱਪਲ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਦਾ ਹਿੱਸਾ ਬਣਨ ਲਈ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ।